हेलो एवरीवन वेलकम टू विक्टर्स नॉलेज दिस इज चीनू शर्मा। सो ਜਿਹੜਾ ਅੱਜ ਦਾ ਲੈਕਚਰ ਹੈ ਇਹਦੇ ਅੰਦਰ ਮੈਂ ਤੁਹਾਡੇ ਨਾਲ ਜੋ ਲੀਗਲ ਰੀਜ਼ਨਿੰਗ ਦਾ ਪਾਰਟ ਹੈ ਉਹ ਕਵਰ ਕਰਨ ਜਾ ਰਹੀ ਹਾਂ। ਸੋ ਲੀਗਲ ਰੀਜ਼ਨਿੰਗ ਦੇ ਵੀ ਅਲੱਗ-ਅਲੱਗ ਲੈਕਚਰਸ ਹੋਣਗੇ, ਆਲਮੋਸਟ 3 ਲੈਕਚਰ ਹੋਣਗੇ ਤੇ ਇਹਦੇ ਅੰਦਰ ਮੈਂ ਤੁਹਾਡੇ ਨਾਲ ਜਿਵੇਂ ਅੱਜ ਫਰਸਟ ਲੈਕਚਰ ਹੈ ਤਾਂ ਇਹਦੇ ਵਿੱਚ ਸਿਰਫ ਆਪਾਂ ਲੇਟੈਸਟ 2021-22 ਦੇ ਕੇਸ ਤੇ ਨਾਲ ਜੋ ਲੈਂਡਮਾਰਕ ਕੇਸਿਸ ਨੇ पिछले साल बहुत सारे लैंडमार्क केसेस पेपर च आए सी। सो वो सारे आप डिस्कस करांगे ब्रीफ के अंदर। बाकी थोनू कंप्लीट नोट्स प्रोवाइड करवाए हुए ने, तुसी उथों रिवाइज कर सकते हो। ਜਿਹੜਾ अगले लैक्चर होणगे एक लैक्चर ਦੇ ਵਿੱਚ मैं ਤੁਹਾਡੇ ਨਾਲ ਜਿੰਨੀਆਂ इंपॉर्टेंट प्रोविजनस ने आईपीसी हो गया, एडवोकेट एक्ट हो गया, देन लीगल सर्विसेज एक्ट हो गया, उस तो बाद सीआरपीसी एविडेंस जो भी मेजर इंपॉर्टेंट सब इंस्पैक्टर पेपर ਦੇ ਲਈ ਜਾਂ ਹੋਰ ਜਿੰਨੇ ਵੀ ਪੁਲਿਸ ਐਗਜ਼ਾਮ ਨੇ ਉਹਨਾਂ ਦੇ ਨਾਲ ਇੰਪੋਰਟੈਂਟ ਕੋਈ प्रोविजनस ने प्रॉपर एज इट इज कोई पीनल कोड ने या फिर कोई होर एक्ट ने ਜਿਹੜੇ पेपर च ਆਪਾਂ एक्सपैक्ट ਕਰਦੇ ਹਾਂ ਕਿ ਉਹਨਾਂ ਚ क्वेश्चन पूछे जा सकते ਨੇ। कोई पनिशमेंट बारे क्वेश्चन है, सो सारे पनिशमेंट्स वगैरह ਨਾਲ रिलेटेड MCQ ਦੀ ਫਾਰਮ ਦੇ ਵਿੱਚ ਮੈਂ ਇੱਕ ਅਲੱਗ ਤੋਂ ਪੂਰਾ ਲੈਕਚਰ ਲੈ ਕੇ ਆਉਂਗੀ। ਬਾਕੀ ਇੱਕ ਲੈਕਚਰ ਦੇ ਅੰਦਰ ਸਿਰਫ ਔਰ ਸਿਰਫ ਆਪਾਂ ਲੀਗਲ ਡਿਵੈਲਪਮੈਂਟ ਦੇ ਕਰੰਟ ਕਵਰ ਕਰਾਂਗੇ ਕਿਉਂਕਿ ਇਹ ਵੀ ਕਾਫੀ ਇੰਪੋਰਟੈਂਟ ਟੌਪਿਕ ਹੈ। ਪਿਛਲੇ ਸਾਲ ਪੇਪਰ ਦੇ ਵਿੱਚ ਆਪਾਂ ਨੇ ਦੇਖਿਆ ਕਾਫੀ ਸਾਰੇ ਬਿੱਲ लेटेस्ट एक्ट हो गए, कंपनी एक्ट की अमेंडमेंट की थी, ये सारे ਜਿਹੜੇ ਕਰੰਟ ਬੇਸਡ ਕੁਐਸਚਨ ਸੀ ਲਾਅ ਨਾਲ ਰਿਲੇਟਡ ਉਹ ਪੁੱਛੇ ਗਏ ਸੀ। ਸੋ ਇੱਕ ਲੈਕਚਰ ਕੱਲਾ ਆਪਣਾ ਕਰੰਟ ਲੀਗਲ ਡਿਵੈਲਪਮੈਂਟ ਉੱਤੇ ਹੋਊਗਾ। ਸੋ ਇਸ ਤਰੀਕੇ ਨਾਲ ਆਪਾਂ ਨੇ ਲੀਗਲ ਰੀਜ਼ਨਿੰਗ ਨੂੰ ਕਵਰ ਕਰਨਾ ਹੈ। ਬਾਕੀ ਆਈ ਐਮ ਰਿਪੀਟਿੰਗ ਜਿੰਨੀ ਡੀਟੇਲ ਹੈ ਉਹ ਸਾਰੀ ਤੁਹਾਨੂੰ ਨੋਟਸ ਵਿੱਚ ਆਲਰੇਡੀ ਮੈਂ ਦਿੱਤੀ ਹੋਈ ਹੈ ਥਿਊਰੀ ਦੀ ਫਾਰਮ ਵਿੱਚ, ਉਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਰਿਵਾਈਜ਼ ਕਰਨੀਆਂ। ਫਰਸਟ ਹੈ ਰਾਜੀਵ ਸੂਰੀ ਵਰਸਸ DDA ਸੈਂਟਰਲ ਵਿਸਟਾ ਜਜਮੈਂਟ। ਸੈਂਟਰਲ ਵਿਸਟਾ ਜਿਹੜੀ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣ ਰਹੀ ਹੈ ਭਾਰਤ ਦੀ, ਉਸ ਪ੍ਰੋਜੈਕਟ ਦਾ ਨਾਮ ਹੈ ਸੈਂਟਰਲ ਵਿਸਟਾ ਪ੍ਰੋਜੈਕਟ। ਸੋ ਉਹਨੂੰ ਲੈ ਕੇ ਇਹ ਕੇਸ ਆਇਆ। ਅਗਲਾ ਹੈ ਰਾਕੇਸ਼ ਵੈਸ਼ਨੋ ਵਰਸਸ ਯੂਨੀਅਨ ਆਫ ਇੰਡੀਆ। ਜਿਹੜੇ 3 ਖੇਤੀ ਕਾਨੂੰਨ ਪਹਿਲਾਂ ਸਟੇ ਲੱਗੀ ਜਿਨ੍ਹਾਂ ਤੇ, ਫਿਰ ਰਿਪੀਲ ਕੀਤੇ, ਰੱਦ ਕੀਤੇ ਪਾਰਲੀਮੈਂਟ ਨੇ, ਫਾਰਮ ਲਾਅ ਕੇਸ। ਸੋ ਇਹਦਾ ਨਾਮ ਹੈ ਰਾਕੇਸ਼ ਵੈਸ਼ਨੋ ਵਰਸਸ ਯੂਨੀਅਨ ਆਫ ਇੰਡੀਆ। यूनियन ऑफ इंडिया वर्सेस राजेंद्र शाह एक बहुत इंपॉर्टेंट 97th कॉन्स्टिट्यूशनल अमेंडमेंट की संविधान ਦੇ ਵਿੱਚ ਸ਼ੋਧ ਲਿਆਂਦਾ ਗਿਆ ਜਿਹਦੇ ਨਾਲ ਇੱਕ ਪੂਰਾ ਦਾ ਪੂਰਾ ਅਲੱਗ ਤੋਂ ਚੈਪਟਰ ਐਡ ਕੀਤਾ। ਉਸ ਤੋਂ ਬਾਅਦ ਇੱਕ ਇੰਪॉर्टेंट ਚੀਜ਼ ਫੰਡਾਮੈਂਟਲ ਰਾਈਟ ਤੇ ਡਾਇਰੈਕਟਿਵ ਪ੍ਰਿੰਸੀਪਲ ਵੀ ਐਡ ਕੀਤਾ ਇਸ ਅਮੈਂਡਮੈਂਟ ਨੇ। ਪਰ ਇਸ ਕੇਸ ਤੋਂ ਬਾਅਦ ਇਸ ਪੂਰੀ ਦੀ ਪੂਰੀ ਅਮੈਂਡਮੈਂਟ ਨੂੰ ਸਟਰਕ ਡਾਊਨ ਕਰਤਾ ਜਿਹੜੀ ਕੋਆਪਰੇਟਿਵਸ ਨਾਲ ਰਿਲੇਟਡ ਸੀ ਕਿਉਂਕਿ ਇਹਦੇ ਅੰਦਰ ਸੈਂਟਰ ਤੇ ਸਟੇਟ ਦੀਆਂ ਕਾਫੀ ਪਾਵਰਸ ਕਨਫਲਿਕਟ ਚ ਆ ਰਹੀਆਂ ਸੀ। ਸੋ ਗਲਤ ਤਰੀਕੇ ਨਾਲ ਇਸ ਅਮੈਂਡਮੈਂਟ ਨੂੰ ਲਿਆਂਦਾ ਗਿਆ ਸੀ। ਹੁਣ ਇਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਕੇ ਸਟਰਕ ਡਾਊਨ ਕਰਤਾ। OBC reservation of Maratha struck down in Maharashtra specifically जयश्री लक्ष्मण राव पाटिल वर्सेस चीफ मिनिस्टर इस केस ਦਾ ਨਾਮ ਹੈ। ਇਸੇ ਕੇਸ ਤੋਂ ਬਾਅਦ ਜਿਹੜੀ ਸਭ ਤੋਂ ਲੇਟੈਸਟ ਅਮੈਂਡਮੈਂਟ ਹੈ 105 ਉਹਨੂੰ ਲਿਆਂਦਾ ਗਿਆ। ਸੋ 105 ਅਮੈਂਡਮੈਂਟ ਇਸੇ ਜਜਮੈਂਟ ਦਾ ਰਿਜ਼ਲਟ ਹੈ। 105 ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਕਿਹਾ ਗਿਆ ਕਿ ਹਰ ਸਟੇਟ ਕੋਲ ਭਾਰਤ ਦੇ ਅੰਦਰ ਹਰ ਸਟੇਟ ਕੋਲ ਹੱਕ ਹੈ ਕਿ ਉਹ ਆਪਣੀ ਇੱਕ OBC ਰਿਜ਼ਰਵੇਸ਼ਨ ਦੇ ਲਈ OBC ਦੀ ਲਿਸਟ ਜਾਰੀ ਕਰ ਸਕਦੇ ਨੇ। ਅਗਲਾ ਹੈ ਯੂਨੀਅਨ ਆਫ ਇੰਡੀਆ ਵਰਸਸ ਰਾਕੇਸ਼ ਮਲਹੋਤਰਾ। ਨੈਸ਼ਨਲ ਟਾਸਕ ਫੋਰਸ ਕਨਸਟੀਟਿਊਟ ਕੀਤੀ ਗਈ ਸੀ ਆਕਸੀਜਨ ਐਲੋਕੇਟ ਕਰਨ ਦੇ ਲਈ ਕੋਵਿਡ ਇਸ਼ੂਜ਼ ਦੇ ਵਿੱਚ। ਸੋ ਉਹਦੇ ਲਈ ਕੇਸ ਸੀ। ਸੋ ਅਗਲਾ ਕੇਸ ਹੈ ਮਨੋਹਰ ਲਾਲ ਸ਼ਰਮਾ ਵਰਸਸ ਯੂਨੀਅਨ ਆਫ ਇੰਡੀਆ। ਇਹਨੂੰ ਪੈਗੈਸਸ ਕੇਸ ਜਾਂ ਪੈਗੈਸਸ ਸਪਾਈਗੇਟ ਵੀ ਕਿਹਾ ਜਾਂਦਾ ਹੈ। ਇਸ ਕੇਸ ਦੇ ਵਿੱਚ ਇੱਕ ਇਲਜ਼ਾਮ ਲੱਗ ਗਿਆ ਸੀ ਭਾਰਤ ਸਰਕਾਰ ਤੇ ਕਿ ਕੁਝ ਇੰਪॉर्टेंट ਲੀਡਰਸ ਨੇ, ਪੋਲੀਟੀਸ਼ੀਅਨ ਨੇ ਜਾਂ ਫਿਰ ਐਕਸ ਪੋਲੀਟੀਸ਼ੀਅਨ ਨੇ, ਬਿਜ਼ਨਸਮੈਨ ਨੇ, ਪਰਸਨੈਲਿਟੀਜ਼ ਨੇ ਕਾਫੀ ਰੈਪਿਊਟੇਡ ਹਾਈ ਲੈਵਲ ਦੀਆਂ ਜਿਨ੍ਹਾਂ ਦੀ ਪ੍ਰਾਈਵੇਟ ਇਨਫੋਰਮੇਸ਼ਨ ਤੇ ਜਾਸੂਸੀ ਰੱਖਣ ਦੇ ਲਈ ਸਰਕਾਰ ਨੇ ਇੱਕ ਬਾਹਰੋਂ ਹਾਇਰ ਕੀਤਾ ਹੈ ਸਪਾਈਵੇਅਰ। ਜਿਵੇਂ ਮਾਲਵੇਅਰ ਵਾਇਰਸ ਹੁੰਦੇ ਨੇ ਉਸ ਤਰ੍ਹਾਂ ਇੱਕ ਸਪਾਈਵੇਅਰ ਇਹ ਜਿਹੀ ਚੀਜ਼ ਹੁੰਦੀ ਹੈ ਜਿਹੜੀ ਕਿਸੇ ਦੇ ਵੀ ਡੇਟਾ ਨੂੰ ਵਾਇਲੇਟ ਕਰਕੇ ਉਹਨੂੰ ਕੱਢ ਕੇ ਸਾਰੀ ਪ੍ਰਾਈਵੇਟ ਇਨਫੋਰਮੇਸ਼ਨ ਲੈ ਸਕਦੇ ਆ ਜਿਹਨੂੰ ਆਪਾਂ ਜਾਸੂਸੀ ਕਹਿ ਦਿੰਦੇ ਆ। ਇਸ ਲਈ ਸਪਾਈ ਇਸ ਦਾ ਨਾਮ ਰੱਖਿਆ ਗਿਆ ਤੇ ਇਸ ਕੇਸ ਦਾ ਨਾਮ ਹੈ ਮਨੋਹਰ ਲਾਲ ਸ਼ਰਮਾ ਵਰਸਸ ਯੂਨੀਅਨ ਆਫ ਇੰਡੀਆ। ਅਗਲਾ ਕੇਸ ਹੈ ECI ਵਰਸਸ ਵਿਜੇ ਭਾਸਕਰ। ਮਰਡਰਸ ਰਿਮਾਰਕਸ ਪਾਸ ਕੀਤੇ ਗਏ ਸੀ ਮਦਰਾਸ ਹਾਈ ਕੋਰਟ ਦੇ ਦੁਆਰਾ। ਨੈਕਸਟ ਹੈ ਅਟਾਰਨੀ ਜਨਰਲ ਵਰਸਸ ਸਤੀਸ਼। ਇਹਦੇ ਚ ਕਿਹਾ ਗਿਆ ਕਿ ਜਦ ਕਦੇ ਵੀ ਜੇ ਪੌਕਸੋ ਕੇਸ ਬਣਾਉਣਾ ਕਿਸੇ ਦੇ ਉੱਤੇ ਤਾਂ ਇਹ ਪ੍ਰੂਫ ਹੋਣਾ ਜ਼ਰੂਰੀ ਹੈ ਕਿ ਅਕਿਊਜ਼ ਨੇ ਵਿਕਟਿਮ ਦੇ ਨਾਲ ਸਕਿਨ ਟੂ ਸਕਿਨ ਕੰਟੈਕਟ ਕੀਤਾ। ਅਗਲੇ ਜਿਹੜੇ ਦੋ ਕੇਸ ਨੇ ਇਹਦੇ ਵਿੱਚ ਸੁਪਰੀਮ ਕੋਰਟ ਨੇ ਆਪਣੇ ਆਪ ਇਹ ਇਸ਼ੂਜ਼ ਨੂੰ ਚੱਕਿਆ। ਪਹਿਲਾ ਇਸ਼ੂ ਸੀਗਾ ਰੀ ਪ੍ਰੋਬਲਮ ਐਂਡ ਮਿਜ਼ਰੀ ਆਫ ਮਾਈਗ੍ਰੈਂਟ ਲੇਬਰ ਕੇਸ ਦੇ ਅੰਦਰ ਰਾਈਟ ਟੂ ਲਾਈਫ ਦਾ ਇਸ਼ੂ।
ਕੋਵਿਡ-19 ਪੈਂਡੈਮਿਕ ਦੇ ਦੌਰਾਨ ਮਾਈਗ੍ਰੈਂਟ ਵਰਕਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਆਪਣਾ ਕੰਮ ਛੱਡ ਕੇ ਆਪਣੇ ਵਾਪਿਸ ਉਹ ਸਟੇਟਸ 'ਚ ਗਏ, ਉੱਥੇ ਜਾ ਕੇ ਉਹਨਾਂ ਨੂੰ ਵਰਕਿੰਗ ਦੀ ਕਾਫੀ ਪ੍ਰੋਬਲਮ ਆਈ ਘਰ ਨੂੰ ਚਲਾਉਣ ਦੀ। ਸੋ ਉੱਥੇ ਸੁਪਰੀਮ ਕੋਰਟ ਨੇ ਉਹਨਾਂ ਦੇ ਰਾਈਟਸ ਨੂੰ ਲੈ ਕੇ ਸਟੇਟ ਗਵਰਨਮੈਂਟ ਨੂੰ ਕੁਝ ਗਾਈਡਲਾਈਨ ਦਿੱਤੀਆਂ ਕਿ ਇਹਨਾਂ ਦੀ ਮਦਦ ਕਰਨੀ ਹੈ। ਉਸ ਤੋਂ ਬਾਅਦ ਇੱਕ ਹੋਰ ਕੇਸ ਹੈ ਸੈਕਸ਼ਨ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਹੈ ਜਿਹੜਾ, ਉਹਦੇ ਅੰਦਰ ਸੁਪਰੀਮ ਕੋਰਟ ਨੇ ਗਾਈਡਲਾਈਨਸ ਇਸ਼ੂ ਕੀਤੀਆਂ ਕਿ ਕੋਈ ਵੀ ਜੇ ਕੇਸ ਆਉਂਦਾ ਉਹਦਾ ਜਿਹੜਾ ਟ੍ਰਾਇਲ ਹੈ ਉਹ ਐਕਸਪੀਡੀਸ਼ੀਅਸ ਸਹੀ ਟਾਈਮ ਤੇ ਪ੍ਰੋਪਰ ਜਲਦੀ ਤੋਂ ਜਲਦੀ ਹੋਣਾ ਚਾਹੀਦਾ। ਨੈਕਸਟ ਇੰਪੋਰਟੈਂਟ ਕੇਸ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਗਾਈਡਲਾਈਨ ਦਿੱਤੀਆਂ ਸੀ ਕਿ ਜਜਮੈਂਟ ਕਿਵੇਂ ਲਿਖੀ ਜਾਣੀ ਚਾਹੀਦੀ ਹੈ। ਸੋ ਜਜਮੈਂਟ ਰਾਈਟਿੰਗ ਨੂੰ ਲੈ ਕੇ ਇੰਪੋਰਟੈਂਟ ਡਿਸੀਜਨ ਆਇਆ ਸੀ। ਸ਼ਕੁੰਤਲਾ ਸ਼ੁਕਲਾ ਵਰਸਸ ਸਟੇਟ ਆਫ ਯੂਪੀ ਇੱਕ ਬੇਲ ਦਾ ਕੇਸ ਸੀ, ਪਰ ਇਹਦੇ ਅੰਦਰ ਸੁਪਰੀਮ ਕੋਰਟ ਨੇ ਇਹ ਵੀ ਦੱਸਿਆ ਕਿ ਜਿੰਨੇ ਵੀ ਜੱਜਿਸ ਨੇ ਭਾਰਤ ਦੇ ਅੰਦਰ ਉਹਨਾਂ ਨੇ ਜਦੋਂ ਵੀ ਕੋਈ ਜਜਮੈਂਟ ਲਿਖਣੀ ਹੈ ਤਾਂ ਉਹਦੇ ਵਿੱਚ ਕਿਸ ਟਾਈਪ ਦੇ ਵਰਡ ਯੂਜ਼ ਕਰਨੇ ਨੇ। ਨੈਕਸਟ ਹੈ ਸਟੇਟ ਆਫ ਕੇਰਲਾ ਵਰਸਸ ਅਜੀਤ ਵਿਡਰਾਲ ਆਫ ਕੇਸਿਸ ਅਗੇਂਸਟ ਪੋਲੀਟੀਸ਼ੀਅਨ ਫॉर ਮੇਕਿੰਗ ਰਕਸ ਇਨ ਅਸੈਂਬਲੀ। ਲੋਕ ਪ੍ਰਹਾਰੀ ਵਰਸਸ ਯੂਨੀਅਨ ਆਫ ਇੰਡੀਆ, ਇਹਦੇ ਅੰਦਰ ਇੰਪੋਰਟੈਂਟ ਡਿਸੀਜਨ ਲਿਆ ਗਿਆ ਕਿ ਐਡਹੌਕ ਜੱਜਿਸ ਦੀ ਅਪਾਇੰਟਮੈਂਟ ਕਿਵੇਂ ਹੋਗੀ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੋਸੀਜਰ ਜਲਦੀ ਤੋਂ ਜਲਦੀ ਸਟਾਰਟ ਹੋ ਜਾਣਾ ਚਾਹੀਦਾ ਹੈ। ਪਿਛੜਾ ਵਰਗ ਕਲਿਆਣ ਮਹਾਸਭਾ ਹਰਿਆਣਾ ਵਰਸਸ ਸਟੇਟ ਆਫ ਹਰਿਆਣਾ, ਇਕਨੋਮਿਕਲ ਕ੍ਰਾਈਟੇਰੀਆ ਕਦੇ ਵੀ ਕੱਲਾ ਬੇਸ ਨਹੀਂ ਹੋਣਾ ਚਾਹੀਦਾ ਕ੍ਰੀਮੀ ਲੇਅਰ ਨੂੰ ਆਈਡੈਂਟੀਫਾਈ ਕਰਨ ਦੇ ਲਈ, ਰਿਜ਼ਰਵੇਸ਼ਨ ਦੇ ਲਈ। ਇਹ ਇੰਪੋਰਟੈਂਟ ਡਿਸੀਜਨ ਲਿਆ ਗਿਆ ਸੀ ਇਸ ਕੇਸ ਦੇ ਅੰਦਰ ਹਰਿਆਣਾ ਦੇ ਵਿੱਚ। ਅਗਲਾ ਹੈ ਵਿਕਾਸ ਕ੍ਰਿਸ਼ਨ ਰਾਓ ਗਾਵਲੀ ਵਰਸਸ ਸਟੇਟ ਆਫ ਮਹਾਰਾਸ਼ਟਰ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਅੰਦਰ ਜਿੰਨੀਆਂ ਵੀ ਲੋਕਲ ਬਾਡੀਜ਼ ਨੇ, ਪੰਚਾਇਤ ਹੈ, ਮਿਊਨਿਸਪੈਲਿਟੀਜ਼ ਹੈ, ਉੱਥੇ ਓਬੀਸੀ ਰਿਜ਼ਰਵੇਸ਼ਨ ਨੂੰ ਹਟਾਇਆ, ਸਟਰਕ ਡਾਊਨ ਕੀਤਾ ਹੈ ਇਸ ਕੇਸ ਦੇ ਅੰਦਰ। ਤੇ ਅਪਰਨਾ ਭੱਟ ਵਰਸਸ ਸਟੇਟ ਆਫ ਮੱਧ ਪ੍ਰਦੇਸ਼, ਵੈਰੀ ਇੰਪੋਰਟੈਂਟ ਕੇਸ। ਹੁਣ ਇਸ ਕੇਸ ਵਿੱਚ ਇੱਕ ਰੇਪ ਵਿਕਟਿਮ ਸੀ, ਇੱਕ ਰੇਪਿਸਟ ਸੀ, ਉਹਨੂੰ ਸਜ਼ਾ ਹੋ ਚੁੱਕੀ ਸੀ। ਜਿਹੜੀ ਡਿਸੀਜਨ ਦਿੱਤਾ ਸੀ ਹਾਈ ਕੋਰਟ ਨੇ ਕਿਹਾ ਕਿ ਜੇ ਅਕਿਊਜ਼ਡ ਬੇਲ ਲੈਣਾ ਚਾਹੁੰਦਾ ਇਸ ਕੇਸ ਦੇ ਵਿੱਚ ਤਾਂ ਉਹਨੂੰ ਇੱਕ ਸ਼ਰਤ ਤੇ ਬੇਲ ਮਿਲ ਜੂਗੀ, ਉਹਨੂੰ ਵਿਕਟਿਮ ਤੋਂ ਜਿਹਦੇ ਨਾਲ ਰੇਪ ਹੋਇਆ ਉਹਦੇ ਤੋਂ ਰੱਖੜੀ ਬਣਵਾਉਣੀ ਪਊਗੀ। ਸੋ ਜਿਹੜੀ ਕੰਡੀਸ਼ਨ ਸੀ ਰਾਖੀ ਐਸ ਕੰਡੀਸ਼ਨ ਫॉर ਬੇਲ, ਸੁਪਰੀਮ ਕੋਰਟ ਨੇ ਇਹਨੂੰ ਪੂਰੀ ਤਰ੍ਹਾਂ ਨਕਾਰਿਆ ਕਿ ਇਸ ਟਾਈਪ ਦੀ ਕੰਡੀਸ਼ਨ ਕਦੇ ਵੀ ਨਹੀਂ ਰੱਖ ਸਕਦੇ। ਇਹ ਜੋ ਵਿਕਟਿਮ ਹੈ ਉਹਦੇ ਲਈ ਮੈਂਟਲੀ ਡਿਸਟਰਬੈਂਸ ਵਾਲੀ ਚੀਜ਼ ਹੈ। ਤੁਸੀਂ ਕਿਸੇ ਦੇ ਨਾਲ ਕੋਈ ਐਡਾ ਘਿਨਾਉਣਾ ਅਪਰਾਧ ਕੀਤਾ ਹੈ ਤੇ ਹੁਣ ਤੁਸੀਂ ਉਹਦੇ ਤੋਂ ਹੀ ਇਹ ਐਕਸਪੈਕਟ ਕਰ ਰਹੇ ਹੋ ਕਿ ਉਹੀ ਤੁਹਾਨੂੰ ਮਾਫ ਕਰੇ, ਤੁਹਾਡੇ ਤੋਂ ਰੱਖੜੀ ਬਣਵਾ ਲਵੇ, ਸਾਰਾ ਕੁਝ ਭੁੱਲ ਜਾਵੇ। ਸੋ ਇਸ ਟਾਈਪ ਦੇ ਇਰੈਸ਼ਨਲ ਚੀਜ਼ਾਂ ਤੁਸੀਂ ਕਿਸੇ ਵੀ ਟਾਈਪ ਦੀ ਬੇਲ ਦੇ ਲਈ ਕੰਡੀਸ਼ਨ ਨਹੀਂ ਰੱਖ ਸਕਦੇ। ਇਹ ਇੰਪੋਰਟੈਂਟ ਚੀਜ਼ ਸੁਪਰੀਮ ਕੋਰਟ ਨੇ ਕਹੀ ਸੀ। ਅਗਲਾ ਹੈ ਇਨ ਰੀਡ ਟੂ ਇਸ਼ੂ ਸਰਟਨ ਗਾਈਡਲਾਈਨ ਰਿਗਾਰਡਿੰਗ ਇਨਐਡਿਕੁਏਸੀ ਡੈਫੀਸ਼ੀਐਂਸੀ ਇਨ ਕ੍ਰਿਮੀਨਲ ਟ੍ਰਾਇਲ। ਕ੍ਰਿਮੀਨਲ ਟ੍ਰਾਇਲ ਦੀ ਜਿਹੜੀ ਮੈਨੇਜਮੈਂਟ ਹੈ ਉਹ ਜ਼ਿਆਦਾ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੋਮ ਮੇਕਰ ਦੇ ਲਈ ਇੱਕ ਨੋਸ਼ਨਲ ਇਨਕਮ ਫਿਕਸ ਹੋਣੀ ਚਾਹੀਦੀ ਹੈ। ਕੀਰਤੀ ਵਰਸਸ ਓਰੀਐਂਟਲ ਇੰਸ਼ੋਰੈਂਸ ਕੇਸ, ਮੁਨਾਵਰ ਫਾਰੂਕੀ ਇਸ ਟਾਈਮ ਇਹ ਕਾਫੀ ਫੇਮਸ ਟੀਵੀ ਪਰਸਨੈਲਿਟੀ ਬਣੇ ਹੋਏ ਨੇ। ਰੀਸੈਂਟਲੀ ਇਹਨਾਂ ਨੇ ਇੱਕ OTT ਪਲੇਟਫਾਰਮ ਤੇ ਰਿਐਲਿਟੀ ਸ਼ੋਅ ਆਇਆ ਸੀ ਲੌਕਅਪ, ਉਹਨੂੰ ਜਿੱਤਿਆ। ਸੋ ਇਹਨਾਂ ਦੇ ਅਗੇਂਸਟ ਇੱਕ ਹੇਟਰੇਡ ਇਸ਼ੂ ਨੂੰ ਲੈ ਕੇ, ਰਿਲੀਜੀਅਸ ਹੇਟਰੇਡ ਇਸ਼ੂ ਨੂੰ ਲੈ ਕੇ ਕੇਸ ਫਾਈਲ ਹੋਇਆ ਸੀ ਜਿਹਦੇ ਵਿੱਚ ਇਹਨਾਂ ਨੂੰ ਬੇਲ ਮਿਲੀ ਸੀ ਤੇ ਕੇਸ ਦਾ ਨਾਮ ਸੀ ਮੁਨਾਵਰ ਫਾਰੂਕੀ ਵਰਸਸ ਸਟੇਟ ਆਫ ਮੱਧ ਪ੍ਰਦੇਸ਼। ਅਜੀਤ ਮੋਹਨ ਵਰਸਸ ਲੈਜਿਸਲੇਟਿਵ ਅਸੈਂਬਲੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ, ਇਹਨੂੰ ਫੇਮਸਲੀ ਫੇਸਬੁੱਕ ਕੇਸ ਵੀ ਕਿਹਾ ਜਾਂਦਾ ਹੈ। ਨੈਕਸਟ ਕੇਸ ਹੈ ਰਚਨਾ ਵਰਸਸ ਯੂਨੀਅਨ ਆਫ ਇੰਡੀਆ। ਹੁਣ ਆਪਾਂ ਨੂੰ ਪਤਾ ਹੈ ਕੋਵਿਡ-19 ਦੇ ਟਾਈਮ UPSC ਦਾ ਐਗਜ਼ਾਮ ਹੋਇਆ, ਕਾਫੀ ਬੱਚੇ ਉਹਨੂੰ ਨਹੀਂ ਦੇ ਪਾਏ, ਕੁਝ ਨੂੰ ਕੋਵਿਡ ਪੋਜ਼ਿਟਿਵ ਸੀ ਉਹ ਤਾਂ ਨਹੀਂ ਦੇ ਪਾਏ, ਕਿਸੇ ਦੇ ਕੋਈ ਹੋਰ ਮੈਂਟਲ ਰੀਜ਼ਨ ਸੀ। ਸੋ ਇੱਕ ਸਟੂਡੈਂਟ ਸੀ ਜਿਹਨੇ ਸਾਰੇ ਸਟੂਡੈਂਟਸ ਦੇ ਬਾਕੀਆਂ ਦੇ ਬਿਹਾਫ ਤੇ ਜੋ ਕੋਈ ਵੀ UPSC ਨੂੰ ਕਹਿ ਰਹੇ ਸੀ ਕਮਿਸ਼ਨ ਨੂੰ ਕਿ ਸਾਨੂੰ ਇੱਕ ਐਕਸਟਰਾ ਚਾਂਸ ਦਿਓ, ਚਾਹੇ ਸਾਡੀ ਏਜ ਨਿਕਲ ਗਈ ਹੈ, ਚਾਹੇ ਸਾਡੇ ਸਾਰੇ ਅਟੈਂਪਟ ਪੂਰੇ ਹੋ ਗਏ ਨੇ, ਸਾਨੂੰ ਇੱਕ ਐਕਸਟਰਾ ਚਾਂਸ, ਐਕਸਟਰਾ ਅਟੈਂਪਟ ਦਿਓ ਕੋਵਿਡ ਕਰਕੇ। ਸੋ ਉਹਦੇ ਲਈ ਕੇਸ ਫਾਈਲ ਕੀਤਾ ਸੀ ਸੁਪਰੀਮ ਕੋਰਟ ਵਿੱਚ, ਪਰ ਸੁਪਰੀਮ ਕੋਰਟ ਨੇ ਇਸ ਚੀਜ਼ ਦੇ ਉੱਤੇ ਬਿਲਕੁਲ ਹੀ ਰੋਕ ਲਗਾਈ। ਉਹਨਾਂ ਨੇ ਕਿਹਾ there would be no extra chance for UPSC exam। ਅਗਲਾ ਹੈ 2021 ਦਾ ਗੌਤਮ ਨਵਲਖਾ ਵਰਸਸ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੇਸ। ਇਹਦੇ ਅੰਦਰ ਕੋਰਟ ਨੇ ਕਿਹਾ ਕਿ ਜੇ ਕਦੇ ਸਹੀ ਲੱਗੇ ਤਾਂ ਹਾਊਸ ਅਰੈਸਟ ਵੀ ਆਰਡਰ ਕੀਤੀ ਜਾ ਸਕਦੀ ਹੈ 167 CRPC ਦੇ ਅਨੁਸਾਰ। ਸੋ ਹੁਣ ਆਪਾਂ ਨੇ ਇੰਪੋਰਟੈਂਟ ਜਿਹੜੇ ਲੇਟੈਸਟ ਕੇਸ ਸੀ ਉਹ ਦੇਖ ਲਏ। ਨਾਓ ਵੀ ਆਰ ਮੂਵਿੰਗ ਫਰਦਰ ਟੂ ਲੈਂਡਮਾਰਕ ਕੇਸ। ਲੈਂਡਮਾਰਕ ਕੇਸ ਉਹ ਕੇਸ ਹੁੰਦਾ ਜਿਹੜਾ ਆਉਣ ਵਾਲੇ ਸਾਰੇ ਸਮਿਆਂ ਦੇ ਲਈ ਕਿਸੇ ਇੱਕ ਪਾਰਟਿਕੂਲਰ ਇਸ਼ੂ ਨੂੰ ਲੈ ਕੇ
एग्जाम्पल सैट करता, एक लैंडमार्क सैट हो जाता जे किसी होर ने सेम इशू ते डिसीजन देना तो पहला ओ केस नू रैफर किया जाता है कि ओदे विच जज ने क्या सी। सो इहदे विच सब तो पहला केस आंदा हिज होलीनेस केशव नंदा भारती वर्सेस स्टेट ऑफ केरला। लैंडमार्क जजमेंट तो टोटल 13 जजिस दे बेंच ने डिसीजन दिता सी संविधान दे बेसिक स्ट्रक्चर उत्ते। ਇਹਦੇ ਵਿੱਚ ਕਿਹਾ ਗਿਆ ਕਿ ਜੋ ਬੇਸਿਕ ਸਟਰਕਚਰ ਹੈ, ਬੇਸਿਕ ਸਟਰਕਚਰ ਦੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਆਪਾਂ ਨਹੀਂ ਬਦਲ ਸਕਦੇ। ਇਸੈਂਸ਼ੀਅਲ ਫੀਚਰ ਥਿਊਰੀ ਵੀ ਕਿਹਾ ਜਾਂਦਾ ਹੈ। ਇਸ ਕੇਸ ਦੇ ਅੰਦਰ ਜਿਹੜਾ ਗੋਲਕਨਾਥ ਕੇਸ ਸੀ ਉਹਨੂੰ ਓਵਰਰੂਲ ਕੀਤਾ, ਰੱਦ ਕੀਤਾ, ਕਿਉਂਕਿ ਗੋਲਕਨਾਥ ਕੇਸ ਦੇ ਵਿੱਚ ਕਿਹਾ ਗਿਆ ਸੀ ਕਿ ਬੇਸਿਕ ਸਟਰਕਚਰ ਡਾਕਟ੍ਰਿਨ ਇਹ ਸੰਵਿਧਾਨ ਦੇ ਬਿਲਕੁਲ ਵੀ ਇਸੈਂਸ਼ੀਅਲ ਨਹੀਂ ਹੈ, ਇਹਨੂੰ ਆਪਾਂ ਅਮੈਂਡ ਕਰ ਸਕਦੇ ਹਾਂ। ਪਰ केशव नंदा भारती केस विच साफ साफ कहता 13 जजिस दे बेंच ने कि जो बेसिक स्ट्रक्चर है, जो बेसिक फीचर्स ने जिन्हां दे उत्ते अपना संविधान टिकिया होया ओनू आपां कदे भी बदल नहीं सकते। पार्लीमेंट कोई भी संविधान दा पार्ट अमेंड कर सकदी है पर ओ पार्ट बेसिक स्ट्रक्चर डॉक्ट्रिन नू डिस्ट्रॉय ना करे, ओदे नाल छेड़छाड़ ना करे। सो इस केस ने इनडायरेक्टली जिहड़ी पार्लीमेंट दी अमेंडिंग पावर है ਉਹਦੇ ਉੱਤੇ ਵੀ ਇੱਕ ਲਿਮਿਟੇਸ਼ਨ ਸੈੱਟ ਕਰਤੀ। ਅਗਲਾ ਕੇਸ ਹੈ ਮੇਨਿਕਾ ਗਾਂਧੀ ਵਰਸਸ ਯੂਨੀਅਨ ਆਫ ਇੰਡੀਆ। ਆਰਟੀਕਲ 21 ਰਾਈਟ ਟੂ ਲਾਈਫ ਸਟਾਰਟਡ ਐਕਸਪੈਂਡਿੰਗ ਫਰਮ ਦਿਸ ਕੇਸ ਓਨਲੀ। ਸੋ ਜਦੋਂ ਵੀ ਆਪਾਂ ਰਾਈਟ ਟੂ ਲਾਈਫ ਦੀ ਗੱਲ ਕਰਦੇ ਆ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤੇ ਸਭ ਤੋਂ ਇੰਪੋਰਟੈਂਟ ਡਿਸੀਜਨ ਹੈ ਮੇਨਿਕਾ ਗਾਂਧੀ ਕੇਸ। ਰਾਈਟ ਟੂ ਪ੍ਰਾਈਵੇਸੀ ਦਾ ਕੇਸ ਹੈ ਜਸਟਿਸ ਕੇ ਐਸ ਪੁੱਟੂਸਵਾਮੀ ਵਰਸਸ ਯੂਨੀਅਨ ਆਫ ਇੰਡੀਆ। ਸ਼ੰਕਰੀ ਪ੍ਰਸਾਦ ਵਰਸਸ ਯੂਨੀਅਨ ਆਫ ਇੰਡੀਆ। Power of Parliament to amend Constitution, especially fundamental right. Sajjan Singh versus State of Rajasthan. Again, संविधान दी amendment करन दी किन्नी पावर है संविधान नू पार्लियामेंट दी उस चीज दी गल हुंदी है। AK गोपालन वर्सेस स्टेट ऑफ मद्रास है प्रिवेंटिव डिटेंशन नू लेके। अगेन ਇਹਦੇ ਵਿੱਚ ਕਿਤੇ ਨਾ ਕਿਤੇ राइट टू लाइफ लिबर्टी ਉਹ ਸਾਰੀਆਂ ਚੀਜ਼ਾਂ ਦੀ ਗੱਲ ਹੋਈ ਹੈ। कमिश्नर हिंदू रिलीजियस इंडाउमेंट्स मद्रास वर्सेस श्री लक्ष्मींद्रा तीरथ स्वामियर ऑफ शिरूर मठ। इसेंशियल रिलीजियस प्रैक्टिस नू लेके है। KM नानावती स्टेट ऑफ महाराष्ट्र है कि गवर्नर दी पार्डनिंग पावर, किस दी सजा नू माफ करन दी पावर की है, किन्नी है, ज्यूरी ट्रायल दा की रोल है। IC गोलकनाथ वर्सेस स्टेट ऑफ पंजाब। ਇਹਦੇ ਵਿੱਚ ਦੁਬਾਰਾ ਤੋਂ पार्लीमेंट दी किन्नी पावर है संविधान नू अमेंड करन दी ओदी गल होई। आर्टिकल 368 दा इशू ਇਹਦੇ ਵਿੱਚ आया। ਉਸ ਤੋਂ ਬਾਅਦ ਹੈ हिज हाईनेस महाराजा धीराज माधव राव जीवाजी राव सिंधिया वर्सेस यूनियन ऑफ इंडिया। ਹੁਣ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ ਪ੍ਰਿਵੀ ਪਰਸ ਨੂੰ ਅਬੋਲਿਸ਼ ਕਰਨ ਦੀ ਗੱਲ ਆਉਂਦੀ ਹੈ। ਸੋ ਅਬੋਲਿਸ਼ ਨੂੰ ਲੈ ਕੇ ਜਿਹੜਾ ਇੰਪੋਰਟੈਂਟ ਡਿਸੀਜਨ ਹੈ ਉਹ ਇਸੇ ਕੇਸ ਦੇ ਵਿੱਚ ਆਇਆ ਸੀ। ਅ ਕਨਸਟੀਟਿਊਸ਼ਨਲ ਬੈਂਚ ਰੀਸਟੋਰਡ ਪ੍ਰਿਵੀ ਪਰਸ ਆਫ ਰੂਲਰ ਐਂਡ ਹੈਲਡ ਪ੍ਰੈਜ਼ੀਡੈਂਸ਼ੀਅਲ ਆਰਡਰ ਐਸ ਅਨਕਨਸਟੀਟਿਊਸ਼ਨ। इंदिरा नेहरू गांधी वर्सेस राज नारायण बहुत बारी ਇਹਦੇ ਉੱਤੇ क्वेश्चन आया। This is one of the most important landmark decision. Election of Indira Gandhi was challenged due to election malpractice. अगला है ADM जबलपुर वर्सेस शिवा कांत शुक्ला। Another important case। ਇਹਨੂੰ habeas corpus ਜਿਹੜੀ ਇੱਕ ਰਿਟ ਹੁੰਦੀ ਹੈ ਉਸ ਕੇਸ ਉਸ ਰਿਟ ਦੇ ਨਾਮ ਦੇ ਨਾਲ ਵੀ ਇਸ ਕੇਸ ਨੂੰ ਜਾਣਿਆ ਜਾਂਦਾ ਹੈ। ਐਮਰਜੈਂਸੀ ਦੇ ਟਾਈਮ ਬਹੁਤ ਸਾਰੇ ਓਪੋਜੀਸ਼ਨ ਲੀਡਰਸ ਨੂੰ ਡਿਟੇਨ ਕਰ ਲਿਆ ਸੀ। ਸੋ ਉਹਨਾਂ ਨੇ ਆਪਣੀ ਡਿਟੈਂਸ਼ਨ ਨੂੰ ਰਿਟ ਪਟੀਸ਼ਨ ਦੇ ਜ਼ਰੀਏ ਅਲੱਗ-ਅਲੱਗ ਹਾਈ ਕੋਰਟਸ 'ਚ ਪਾ ਕੇ ਚੈਲੰਜ ਕੀਤਾ ਸੀ। ਹਾਈ ਕੋਰਟ ਦਾ ਜਿਹੜਾ ਡਿਸੀਜਨ ਸੀ ਫਿਰ ਉਹਨੂੰ ਸੁਪਰੀਮ ਕੋਰਟ ਚੈਲੰਜ ਕੀਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਐਮਰਜੈਂਸੀ ਦੇ ਦੌਰਾਨ ਫੰਡਾਮੈਂਟਲ ਰਾਈਟਸ ਨੇ ਜਿਹੜੇ ਕੁਝ ਉਹ ਸਸਪੈਂਡ ਹੋ ਸਕਦੇ ਨੇ। ਰਾਈਟ ਟੂ ਮੂਵ ਟੂ ਹਾਈ ਕੋਰਟ ਅੰਡਰ ਆਰਟੀਕਲ 226 ਡਿਊਰਿੰਗ ਐਮਰਜੈਂਸੀ ਵਾਸ ਇਨ ਇਸ਼ੂ ਇਨ ਦਿਸ ਕੇਸ। Another important case बंधुआ मुक्ति मोर्चा वर्सेस यूनियन ऑफ इंडिया। सो ਇਹਦੇ ਅੰਦਰ ਵੀ ਇੱਕ PIL ਫਾਈਲ ਕੀਤੀ ਸੀ ਉਹਨਾਂ ਦੇ ਲਈ ਜਿਹੜੇ ਸੁਪਰੀਮ ਕੋਰਟ ਹਾਈ ਕੋਰਟ ਆਪਣੇ ਫੰਡਾਮੈਂਟਲ ਰਾਈਟ ਬ੍ਰੀਚ ਹੋਣ ਤੇ ਜਾ ਨਹੀਂ ਸਕਦੇ। ਕੋਈ ਪੂਅਰ ਨੇ, ਕੋਈ ਬੱਚਿਆਂ ਦੇ ਰਾਈਟਸ ਦੀ ਇਨਫ੍ਰਿੰਜਮੈਂਟ ਹੋ ਰਹੀ ਹੈ, ਜਦੋਂ ਵੀ ਕੋਈ ਪਰਸਨ ਜਿਹਦੇ ਨਾਲ ਕੋਈ ਲੀਗਲ ਇੰਜਰੀ ਹੋਈ ਹੈ and that is caused by violation of fundamental right ਉਹ ਕੋਰਟ ਨੂੰ ਅਪਰੋਚ ਨਹੀਂ ਕਰ ਸਕਦੇ। ਤਾਂ ਕੋਈ ਵੀ ਪਬਲਿਕ ਦਾ ਬੰਦਾ ਜਿਹੜਾ ਬੋਨਾਫਾਈਡਲੀ ਗੁੱਡ ਇੰਟੈਂਸ਼ਨ ਦੇ ਨਾਲ ਐਕਟ ਕਰਦਾ ਉਸ ਪਰਸਨ ਦੇ ਬਿਹਾਫ ਤੇ PIL ਦੀ ਫਾਰਮ ਦੇ ਵਿੱਚ ਰਿਲੀਫ ਮੰਗ ਸਕਦਾ ਹੈ ਆਰਟੀਕਲ 32 ਤੇ ਆਰਟੀਕਲ 226 ਦੇ ਅੰਤਰਗਤ। ਅਗਲਾ ਹੈ ਫਰੀडम ਆਫ ਪ੍ਰੈਸ ਦੀ ਗੱਲ ਕੀਤੀ ਗਈ ਹੈ ਆਰਟੀਕਲ 191A ਦੇ ਨਾਲ ਰਿਲੇਟਡ। ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। इंडियन एक्सप्रेस न्यूज़पेपर वर्सेस यूनियन ऑफ इंडिया केस।
Bijoy Emmanuel versus State of Kerala. Whether forcing the children to sing national anthem violated their freedom of right to religion. Right to silence is part of fundamental right. Chup rehna fundamental right da part hai under Article 19, freedom of speech and expression. Muhammad Ahmad Khan versus Shah Banu Begum case, another important landmark case related to maintenance to a divorced Muslim women. अगला केस है MC Mehta versus Union of India. Responsibility of industry is an accident compensation scope ambit of jurisdiction of Supreme Court of India under Article 32. Dr. DC Wadhwa versus State of Bihar case. ਉਰੇ ਗੱਲ ਕੀਤੀ ਗਈ ਸੀ ਕਿ ਜਿਹੜਾ ਸਟੇਟ ਲੈਜਿਸਲੇਚਰ ਹੈ ਉਹਨੂੰ ਜੇ ਬਾਈਪਾਸ ਕਰਨਾ ਹੈ ਤਾਂ ਜਿਹੜੇ ਕੋਈ ਵੀ ਆਰਡੀਨੈਂਸ ਵਗੈਰਾ ਪਾਸ ਕੀਤੇ ਜਾਂਦੇ ਨੇ ਉਹਨਾਂ ਦਾ ਕੀ ਰੋਲ ਹੁੰਦਾ। ਅਗਲਾ ਹੈ ਕਹਿਰ ਸਿੰਘ ਵਰਸਸ ਯੂਨੀਅਨ ਆਫ ਇੰਡੀਆ। ਪਾਰਡਨਿੰਗ ਪਾਵਰ ਪ੍ਰੈਜ਼ੀਡੈਂਟ ਦੀ, ਪਹਿਲਾਂ ਆਪਾਂ ਨੇ ਕੇਸ ਦੇਖਿਆ ਸੀ ਉੱਥੇ ਗਵਰਨਰ ਦੀ ਪਾਰਡਨਿੰਗ ਪਾਵਰ ਦਾ ਕੇਸ ਸੀ। ਇਹ ਹੈ ਰਾਸ਼ਟਰਪਤੀ ਦੇ ਕੋਲ ਕਿਸ ਲੈਵਲ ਦੀ ਸਜ਼ਾ ਦੀ ਪਾਰਡਨਿੰਗ ਪਾਵਰ ਹੁੰਦੀ ਹੈ। ਤੇ ਉਸ ਤੋਂ ਅਗਲਾ ਕੇਸ ਹੈ ਮੋਹਿਨੀ ਜੈਨ ਵਰਸਸ ਸਟੇਟ ਆਫ ਕਰਨਾਟਕਾ। ਇਹਦੇ ਅੰਦਰ ਰਾਈਟ ਟੂ ਐਜੂਕੇਸ਼ਨ ਦੀ ਗੱਲ ਹੋਈ। ਸੋ ਅਗਲਾ ਕੇਸ ਹੈ ਵਿਸ਼ਾਖਾ ਵਰਸਸ ਸਟੇਟ ਆਫ ਰਾਜਸਥਾਨ, ਸੈਕਸ਼ੂਅਲ ਹਰਾਸਮੈਂਟ ਐਟ ਦ ਵਰਕਪਲੇਸ। ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਗਾਈਡਲਾਈਨਸ ਇਸ਼ੂ ਕੀਤੀਆਂ ਸੀ ਜਿਨ੍ਹਾਂ ਨੂੰ ਵਿਸ਼ਾਖਾ ਗਾਈਡਲਾਈਨ ਕਿਹਾ ਜਾਂਦਾ ਹੈ। ਕੰਮ ਕਰਨ ਵਾਲੀਆਂ ਜਗ੍ਹਾ ਤੇ ਵਰਕਪਲੇਸ ਤੇ ਔਰਤਾਂ ਕਿਵੇਂ ਸੈਕਸ਼ੂਅਲ ਹਰਾਸਮੈਂਟ ਤੋਂ ਬਚ ਸਕਦੀਆਂ ਨੇ, ਉਹਨਾਂ ਨੂੰ ਬਚਾਉਣਾ ਕਿਵੇਂ ਹੈ, ਉਸ ਚੀਜ਼ ਨੂੰ ਲੈ ਕੇ ਇਸ ਕੇਸ ਨੂੰ ਪਾਸ ਕੀਤਾ ਗਿਆ। ਅਲੱਗ-ਅਲੱਗ ਗਾਈਡਲਾਈਨ ਆਈਆਂ ਤੇ ਇਸੇ ਕੇਸ ਤੋਂ ਬਾਅਦ ਹੀ ਇੱਕ ਪ੍ਰੋਪਰ 2013 ਦੇ ਅੰਦਰ ਲਾਅ ਵੀ ਆਇਆ ਸੈਕਸ਼ੂਅਲ ਹਰਾਸਮੈਂਟ ਨੂੰ ਰੋਕਣ ਦੇ ਲਈ। ਅਗਲਾ ਹੈ ਅਸ਼ੋਕ ਕੁਮਾਰ ਠਾਕੁਰ ਵਰਸਸ ਯੂਨੀਅਨ ਆਫ ਇੰਡੀਆ। ਸੈਂਟਰ ਦੇ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਉੱਥੇ OBC ਦੀ ਰਿਜ਼ਰਵੇਸ਼ਨ ਨੂੰ ਲੈ ਕੇ ਕੀ ਕ੍ਰਾਈਟੇਰੀਆ ਹੈ, ਸੋ ਉਹਦੇ ਲਈ ਕੇਸ ਹੈ। ਕੁਲਦੀਪ ਨਾਇਰ ਵਰਸਸ ਯੂਨੀਅਨ ਆਫ ਇੰਡੀਆ। ਡੋਮਿਸਾਈਲ ਦੀ ਜ਼ਰੂਰਤ ਹੈ ਸਟੇਟ ਦੇ ਵਿੱਚ ਜਦੋਂ ਵੀ ਕਿਸੇ ਨੇ ਕਿਸੇ ਵੀ ਜਗ੍ਹਾ ਤੋਂ ਕਾਉਂਸਲ ਆਫ ਸਟੇਟ ਜਾਂ ਰਾਜ ਸਭਾ ਦੇ ਲਈ ਇਲੈਕਸ਼ਨ ਲੜਨੀ ਹੈ। ਪ੍ਰਿੰਸੀਪਲ ਆਫ ਫੈਡਰਲਿਜ਼ਮ ਬੇਸਿਕ ਸਟਰਕਚਰ ਹੈ ਭਾਰਤ ਦੇ ਸੰਵਿਧਾਨ ਦਾ। ਸੋ ਇਹ ਵੀ ਦੋ ਚੀਜ਼ਾਂ ਇੰਪੋਰਟੈਂਟ ਹਾਈਲਾਈਟ ਕੀਤੀਆਂ ਇਸ ਕੇਸ ਦੇ ਅੰਦਰ। ਅਗਲਾ ਹੈ reservation in promotion, very important। ਜਦੋਂ ਪ੍ਰਮੋਸ਼ਨ ਹੋਣੀ ਹੈ ਉਦੋਂ reservation ਦਾ ਕੀ ਰੋਲ ਹੈ SC/ST EMPLOYEES ਦਾ, ਉਹਦੇ ਲਈ M ਨਾਗਰਾਜ ਵਰਸਸ ਯੂਨੀਅਨ ਆਫ ਇੰਡੀਆ ਕੇਸ ਆਇਆ ਤੇ ਇਹ ਕੇਸ ਪੇਪਰਸ ਬਹੁਤ ਵਾਰੀ ਪੁੱਛਿਆ ਜਾਂਦਾ ਹੈ। PUCL another important case, People's Union for Civil Liberty versus Union of India। ਉਰੇ right to voters, ਸੋ ਵੋਟਰਸ ਦੀ ਗੱਲ ਹੁੰਦੀ ਹੈ to know about candidates contesting the election। IR Kolio versus State of Tamil Nadu, interpretation of doctrine of basic structure। ਨੌਵਾਂ ਸ਼ਡਿਊਲ ਜੁਡੀਸ਼ੀਅਲ ਰਿਵਿਊ ਤੋਂ ਵਾਂਝਾ ਨਹੀਂ ਹੈ, ਇਮਿਊਨ ਨਹੀਂ ਹੈ। 9th ਸ਼ਡਿਊਲ ਉੱਤੇ ਵੀ ਜੁਡੀਸ਼ੀਅਲ ਰਿਵਿਊ ਦੀ ਪਾਵਰ ਅਪਲਾਈ ਹੁੰਦੀ ਹੈ। ਜੌਨ ਵੈਲਮੇਟਨ ਵਰਸਸ ਯੂਨੀਅਨ ਆਫ ਇੰਡੀਆ, ਜਿਹੜਾ ਇੰਡੀਅਨ ਸਕਸੈਸ਼ਨ ਐਕਟ ਦਾ ਸੈਕਸ਼ਨ 118 ਹੈ ਉਹਦੇ ਨਾਲ ਰਿਲੇਟਡ ਇਹ ਗੱਲ ਹੁੰਦੀ ਹੈ that it advocated a uniform civil code। ਪੂਰੇ ਭਾਰਤ ਦੇ ਲਈ ਸੇਮ ਸਿੰਗਲ ਸਿਵਲ ਲਾਅ ਹੋਣਾ ਚਾਹੀਦਾ ਹੈ, ਚਾਹੇ ਕੋਈ ਮੁਸਲਿਮ ਹੈ, ਹਿੰਦੂ ਹੈ, ਸਿੱਖ ਹੈ। ਜਯਾ ਬਚਨ ਵਰਸਸ ਯੂਨੀਅਨ ਆਫ ਇੰਡੀਆ, ਆਫਿਸ ਆਫ ਪ੍ਰੋਫਿਟ ਗਰਾਊਂਡ ਦੇ ਉੱਤੇ ਡਿਸਕੁਆਲੀਫਿਕੇਸ਼ਨ ਨੂੰ ਲੈ ਕੇ ਇਹ ਕੇਸ ਸੀ। ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ, ਜਿੰਨੇ ਵੀ ਪਾਰਲੀਮੈਂਟ ਦੇ ਕੋਈ ਮੈਂਬਰ ਨੇ, ਸਟੇਟ ਲੈਜਿਸਲੇਚਰ ਦੇ ਨੇ, ਕਿਸੇ ਵੀ ਆਫੈਂਸ ਨੂੰ ਲੈ ਕੇ ਕਨਵਿਕਟਡ ਹੁੰਦੇ ਨੇ ਤੇ ਉਹਨਾਂ ਜਿਹੜੀ ਸੈਂਟੈਂਸ ਹੈ ਇੰਪ੍ਰਿਜ਼ਨਮੈਂਟ ਹੈ 2 ਸਾਲ ਤੋਂ ਘੱਟ ਦੀ ਹੈ ਤਾਂ ਉੱਥੇ ਡਿਸਕੁਆਲੀਫਿਕੇਸ਼ਨ ਦਾ ਕੀ ਰੂਲ ਹੈ, ਸੋ ਉਹਨੂੰ ਲੈ ਕੇ ਇਹ ਕੇਸ ਆਇਆ। ਅਗਲਾ ਹੈ ਨਾਸ ਫਾਊਂਡੇਸ਼ਨ ਕੇਸ, ਵੈਰੀ ਇੰਪੋਰਟੈਂਟ। ਸੁਰੇਸ਼ ਕੁਮਾਰ ਕੌਸ਼ਲ ਵਰਸਸ ਨਾਸ ਫਾਊਂਡੇਸ਼ਨ, ਜਿਹੜਾ ਸੈਕਸ਼ਨ 377 ਹੈ IPC ਦਾ, ਜਿਹੜਾ ਹੋਮੋਸੈਕਸ਼ੁਅਲਿਟੀ ਨੂੰ ਕ੍ਰਿਮੀਨਲਾਈਜ਼ ਕਰਦਾ ਹੈ, ਸੋ ਉਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਦੀ ਜਿਹੜੀ ਕੁਐਸਚਨ ਸੀ ਇਸ ਕੇਸ ਦੇ ਵਿੱਚ ਚੱਕੀ ਗਈ। ਗਵਰਨਮੈਂਟ ਆਫ NCT ਆਫ ਦਿੱਲੀ ਵਰਸਸ ਯੂਨੀਅਨ ਆਫ ਇੰਡੀਆ, ਲੈਫਟੀਨੈਂਟ ਗਵਰਨਰ ਸੈਂਟਰਲ ਗਵਰਨਮੈਂਟ ਦਾ ਤੇ ਦਿੱਲੀ ਸਰਕਾਰ, ਇਹਨਾਂ ਦੀ ਪਾਵਰ ਦਾ ਆਪਸ ਦੇ ਵਿੱਚ ਕੀ ਇਸ਼ੂ ਹੈ ਉਹਨੂੰ ਲੈ ਕੇ ਇਹ ਕੇਸ ਆਇਆ। TSR ਸੁਬਰਾਮਨਿਅਮ ਵਰਸਸ ਯੂਨੀਅਨ ਆਫ ਇੰਡੀਆ, ਪ੍ਰੋਫੈਸ਼ਨਲਾਈਜ਼ਿੰਗ ਬਿਊਰੋਕ੍ਰੇਸੀ, ਪ੍ਰੋਮੋਟਿੰਗ ਐਫੀਸ਼ੀਐਂਸੀ ਐਂਡ ਗੁੱਡ ਗਵਰਨੈਂਸ, ਇਹ ਚੀਜ਼ ਦੀ ਮੰਗ ਰੱਖੀ ਗਈ ਇਸ ਕੇਸ ਦੇ ਅੰਦਰ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਸੈਕਸ਼ਨ 66A ਹੈ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦਾ, ਉਹਨੂੰ ਚੈਲੰਜ ਕੀਤਾ ਗਿਆ ਸੀ। ਬਹੁਤ ਵਾਰੀ ਇਹ ਜਿਹੜਾ ਕੇਸ ਹੈ ਪੇਪਰ ਡਾਇਰੈਕਟਲੀ ਪੁੱਛਿਆ ਜਾਂਦਾ ਹੈ। ਪਿਛਲੇ ਸਾਲ ਦੇ ਸਬ ਇੰਸਪੈਕਟਰ ਦੇ ਪੇਪਰ 'ਚ ਵੀ ਕੁਐਸਚਨ ਆਇਆ ਸੀ। ਫਰੀडम ऑफ स्पीच एंड एक्सप्रेशन केस इन डिजिटल और इंटरनेट एज,
ਤਹਿਸੀਨ ਐਸ ਪੂਨਾਵਾਲਾ ਵਰਸਸ ਯੂਨੀਅਨ ਆਫ ਇੰਡੀਆ ਮੌਬ ਲਿੰਚਿੰਗ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀਆਂ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਐਡਵੋਕੇਟ ਔਨ ਰਿਕਾਰਡ ਐਸੋਸੀਏਸ਼ਨ ਵਰਸਸ ਯੂਨੀਅਨ ਆਫ ਇੰਡੀਆ ਇਹਨੂੰ ਫੋਰਥ ਜਜਿਸ ਕੇਸ ਕਿਹਾ ਜਾਂਦਾ ਹੈ। ਇਸ ਕੇਸ ਦੇ ਅੰਦਰ ਜਿਹੜੀ ਸੰਵਿਧਾਨਿਕ ਅਮੈਂਡਮੈਂਟ ਹੈ 99 ਤੇ ਜਜਿਸ ਨੂੰ ਅਪਾਇੰਟ ਕਰਨ ਦੇ ਲਈ ਜਿਹੜਾ ਅਲੱਗ ਤੋਂ ਇੱਕ ਕਮਿਸ਼ਨ ਐਕਟ ਲਿਆਂਦਾ ਗਿਆ ਸੀ ਉਹਨੂੰ ਚੈਲੰਜ ਕੀਤਾ ਗਿਆ, ਜਿਹਦਾ ਨਾਮ ਸੀ NJAC ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਐਕਟ। ਨੈਕਸਟ ਹੈ ਕਾਮਨ ਕਾਜ਼ ਰਜਿਸਟਰਡ ਸੁਸਾਇਟੀ ਵਰਸਸ ਯੂਨੀਅਨ ਆਫ ਇੰਡੀਆ, ਇਹਨੂੰ ਯੂਥੀਨੇਸ਼ੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਕੇਸ ਦੇ ਵਿੱਚ ਰਾਈਟ ਟੂ ਡਾਈ ਵਿਦ ਡਿਗਨਿਟੀ ਇਜ਼ ਅ ਫੰਡਾਮੈਂਟਲ ਰਾਈਟ। ਇਸ ਕੁਐਸਚਨ ਦਾ ਜਵਾਬ ਆਇਆ ਸੀ, ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਰਾਜਵਾਲਾ ਵਰਸਸ ਸਟੇਟ ਆਫ ਹਰਿਆਣਾ ਰਾਈਟ ਟੂ ਵੋਟ ਐਂਡ ਕੰਟੈਸਟ ਇਲੈਕਸ਼ਨ ਕੇਸ। Rajesh Sharma versus State of UP, direction to prevent misuse of section 498A of IPC. Next है Indian Young Lawyer Association versus State of Kerala case. सबरीमला ਟੈਂਪਲ ਹੈ ਜਿਹੜਾ ਕੇਰਲਾ ਵਾਲਾ, ਉੱਥੇ 10 ਤੋਂ 50 ਸਾਲ ਤੱਕ ਦੀਆਂ ਵਿਮਨ ਨੂੰ ਐਂਟਰੀ ਤੇ ਰੋਕ ਲਗਾਈ ਸੀ, ਪਰ ਸੁਪਰੀਮ ਕੋਰਟ ਨੇ ਫਾਈਨਲੀ ਕਿਹਾ ਕਿ ਇਸ ਟਾਈਪ ਦੀ ਰੋਕ ਲਗਾਉਣਾ ਬਿਲਕੁਲ ਹੀ ਗਲਤ ਹੈ, ਇਹਦੇ ਨਾਲ ਤੁਸੀਂ ਫਰੀडम ਵਾਇਲੇਟ ਕਰ ਰਹੇ ਹੋ। ਅਸ਼ਵਨੀ ਕੁਮਾਰ ਉਪਾਧਿਆਏ ਵਰਸਸ ਯੂਨੀਅਨ ਆਫ ਇੰਡੀਆ, ਇਹਦੇ ਚ ਕਿਹਾ ਗਿਆ ਕੋਈ ਵੀ ਲੈਜਿਸਲੇਟਰ ਹੈ ਜੋ ਐਜ਼ ਐਨ ਐਡਵੋਕੇਟ ਪ੍ਰੈਕਟਿਸ ਕਰਦੇ ਆ ਤਾਂ ਉਸ ਚੀਜ਼ ਉੱਤੇ ਮਨਾਹੀ ਹੈ। ਜੋਸਫ ਸ਼ਾਈਨ ਵਰਸਸ ਯੂਨੀਅਨ ਆਫ ਇੰਡੀਆ, ਜਿਹੜਾ 497 ਸੈਕਸ਼ਨ IPC ਦਾ ਜਿਹੜਾ ਐਡਲਟਰੀ ਨੂੰ ਕ੍ਰਿਮੀਨਲਾਈਜ਼ ਕਰਤਾ ਉਹਨੂੰ ਸਟਰਕ ਡਾਊਨ ਕਰਤਾ। ਸ਼ਕਤੀ ਵਾਹਿਨੀ ਵਰਸਸ ਯੂਨੀਅਨ ਆਫ ਇੰਡੀਆ ਆਨਰ ਕਿਲਿੰਗ ਦਾ ਕੇਸ ਹੈ। ਨਵਤੇਜ ਸਿੰਘ ਜੌਹਰ ਸੈਕਸ਼ਨ 377, ਇਹਦੇ ਅੰਦਰ ਹਾਫ ਜਿਹੜੀ ਹੋਮੋਸੈਕਸ਼ੁਅਲਿਟੀ ਸੀਗੀ ਉਹਨੂੰ ਸਟਰਕ ਡਾਊਨ ਕਰਤਾ ਸੀ, ਉਹਦੀ ਕ੍ਰਿਮੀਨਲਾਈਜੇਸ਼ਨ ਨੂੰ ਹਟਾਤਾ। ਜਸਟਿਸ KS ਪੁੱਤੁਸਵਾਮੀ ਰਿਟਾਇਰਡ ਵਰਸਸ ਯੂਨੀਅਨ ਆਫ ਇੰਡੀਆ ਕੇਸ ਨੰਬਰ 2, ਇਹਦੇ ਅੰਦਰ ਆਧਾਰ ਕਾਰਡ ਦੀ ਵੈਲਿਡਿਟੀ ਨੂੰ ਲੈ ਕੇ ਕੁਐਸਚਨ ਆਇਆ ਸੀ। ਅਗੇਨ ਦਿਸ ਇਜ਼ ਰਿਲੇਟਡ ਟੂ ਰਾਈਟ ਟੂ ਪ੍ਰਾਈਵੇਸੀ। ਜਰਨੈਲ ਸਿੰਘ ਵਰਸਸ ਲక్ష్ਮੀ ਨਾਰਾਇਣ ਗੁਪਤਾ, ਇਹਦੇ ਵਿੱਚ SC ST ਕਮਿਊਨਿਟੀ ਦੀ ਪ੍ਰਮੋਸ਼ਨਸ ਦੇ ਵਿੱਚ ਕੀ ਰਿਜ਼ਰਵੇਸ਼ਨ ਹੈ ਉਹਨੂੰ ਲੈ ਕੇ ਇਸ਼ੂ ਆਇਆ। M ਇਸਮਾਇਲ ਫਾਰੂਕੀ ਵਰਸਸ ਯੂਨੀਅਨ ਆਫ ਇੰਡੀਆ ਬਾਬਰੀ ਮਸਜਿਦ ਕੇਸ ਇਹਨੂੰ ਕਿਹਾ ਜਾਂਦਾ ਹੈ, ਵੈਰੀ ਇੰਪੋਰਟੈਂਟ ਫॉर एग्जाम, ਤੇ ਇਹਦਾ ਪੂਰਾ ਨਾਮ ਹੈ ਰਾਮ ਜਨਮ ਭੂਮੀ ਬਾਬਰੀ ਮਸਜਿਦ ਲੈਂਡ ਟਾਈਟਲ ਕੇਸ। ਕੇਸ ਹੈ ਬਹੁਤ ਇੰਪੋਰਟੈਂਟ ਜਿਹੜਾ ਪੇਪਰਸ ਡੈਫੀਨੇਟਲੀ ਆ ਸਕਦਾ ਹੈ। ਸ਼ਾਇਰਾ ਬਾਨੋ ਵਰਸਸ ਯੂਨੀਅਨ ਆਫ ਇੰਡੀਆ ਟ੍ਰਿਪਲ ਤਲਾਕ, ਤਲਾਕ ਕੇ ਬਿੱਦਤ, 3 ਵਾਰੀ ਜਦੋਂ ਆਪਾਂ ਤਲਾਕ 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 ਬੋਲਦੇ ਆ ਤਾਂ ਪਹਿਲਾਂ ਕੀ ਹੁੰਦਾ ਸੀ, ਤਲਾਕ ਹੋ ਜਾਂਦਾ ਸੀ ਮੁਸਲਿਮਸ ਦੇ ਅੰਦਰ, ਪਰ ਹੁਣ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਅਨਕਨਸਟੀਟਿਊਸ਼ਨਲ ਕਰਾਰਤਾ, ਸੋ ਟ੍ਰਿਪਲ ਤਲਾਕ ਇਜ਼ ਅਨਕਨਸਟੀਟਿਊਸ਼ਨਲ ਨਾਓ। ਇੰਡੀਪੈਂਡੈਂਟ ਥਾਟ ਵਰਸਸ ਯੂਨੀਅਨ ਆਫ ਇੰਡੀਆ ਮੈਰਿਟਲ ਰੇਪ ਦੇ ਨਾਲ ਰਿਲੇਟਡ ਕੇਸ ਹੈ। ਅਭਿਰਾਮ ਸਿੰਘ ਵਰਸਸ CD Commission, whether asking for vote in election in name of religion caste community amount to corrupt practice, ਕੀ ਧਰਮ ਜਾਤ ਪਾਤ ਦੇ ਨਾਮ ਤੇ ਵੋਟ ਮੰਗਣਾ ਗੁਨਾਹ ਹੈ, ਸੋ ਇਸ ਚੀਜ਼ ਦਾ ਜਿਹੜਾ ਇਸ਼ੂ ਸੀ ਉਹ ਚੱਕਿਆ ਗਿਆ ਅਭਿਰਾਮ ਸਿੰਘ ਕੇਸ ਦੇ ਅੰਦਰ। ਰਾਈਟ ਟੂ ਪ੍ਰਾਈਵੇਸੀ ਕੇਸ ਜਸਟਿਸ KS ਪੁੱਤੁਸਵਾਮੀ ਰਿਟਾਇਰਡ ਵਰਸਸ ਯੂਨੀਅਨ ਆਫ ਇੰਡੀਆ। Next है Krishna Kumar Singh versus State of Bihar, re-promulgation of ordinance against the spirit of constitutional, ਇਹ ਸੰਵਿਧਾਨ ਉੱਤੇ fraud ਹੈ। ਸੰਵਿਧਾਨ ਦੀਆਂ ਪ੍ਰਿੰਸੀਪਲਸ ਨੂੰ ਤੁਸੀਂ ਵਾਇਲੇਟ ਕਰਕੇ ਜੇ ਕੋਈ ਆਰਡੀਨੈਂਸ ਪਾਸ ਕਰ ਰਹੇ ਹੋ ਤਾਂ ਉਹ ਇੱਕ fraud ਹੈ। Wildlife First versus Union of India, Wildlife Forest Act 2006 ਦੀਆਂ ਪ੍ਰੋਵੀਜ਼ਨਸ ਨੂੰ ਇੰਪਲੀਮੈਂਟ ਲਾਗੂ ਕਰਵਾਉਣ ਦੇ ਲਈ ਕੇਸ ਆਇਆ। ਡਾਕਟਰ ਸੁਭਾਸ਼ ਕਾਸ਼ੀਨਾਥ ਮਹਾਜਨ ਵਰਸਸ ਸਟੇਟ ਆਫ ਮਹਾਰਾਸ਼ਟਰ, ਕੋਈ ਵੀ SC ST ਐਕਟ ਦਾ ਗਲਤ ਇਸਤੇਮਾਲ ਨਾ ਕਰੇ ਉਸ ਚੀਜ਼ ਨੂੰ ਲੈ ਕੇ ਡਾਇਰੈਕਸ਼ਨ ਜਾਰੀ ਕੀਤੀਆਂ। BK ਪਵਿੱਤਰਾ ਵਰਸਸ ਯੂਨੀਅਨ ਆਫ ਇੰਡੀਆ, reservation in promotion for SC ST and issue of seniority, ਇਹ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਇਸ ਕੇਸ ਦੇ ਅੰਦਰ। ਸ਼ਫੀਨ ਜਹਾਂ ਵਰਸਸ ਅਸ਼ੋਕਨ KM, ਲਵ ਜਿਹਾਦ ਕੇਸ ਕਿਹਾ ਜਾਂਦਾ ਹੈ। ਆਪਣੀ ਮਰਜ਼ੀ ਨਾਲ ਕਿਸੇ ਵੀ ਲੜਕੀ ਦਾ ਰਾਈਟ ਹੈ ਕਿ ਜਦੋਂ ਉਹ ਐਡਲਟ ਹੈ ਤਾਂ ਆਪਣੀ ਮਰਜ਼ੀ ਦੇ ਨਾਲ ਆਪਣੀ ਚੁਆਇਸ ਦੇ ਪਰਸਨ ਦੇ ਨਾਲ ਵਿਆਹ ਕਰਵਾ ਸਕਦੀ ਹੈ। ਸੋ ਰਾਈਟ ਆਫ ਅ ਗਰਲ ਟੂ ਮੈਰੀ ਅ ਪਰਸਨ ਆਫ ਹਰ ਓਨ ਚੁਆਇਸ, ਦਿਸ ਇਜ਼ ਸ਼ਫੀਨ ਜਹਾਂ ਕੇਸ, ਇਹਨੂੰ ਲਵ ਜਿਹਾਦ ਕੇਸ ਵੀ ਕਿਹਾ ਜਾਂਦਾ ਹੈ, ਇੰਪੋਰਟੈਂਟ ਫॉर एग्जाम। ਲਾਸਟ ਇਜ਼ ਸਵਪਨਿਲ ਤ੍ਰਿਪਾਠੀ ਵਰਸਸ ਸੁਪਰੀਮ ਕੋਰਟ ਆਫ ਇੰਡੀਆ, ਸੁਪਰੀਮ ਕੋਰਟ ਦੀ ਕਿਸੇ ਵੀ ਪ੍ਰੋਸੀਡਿੰਗ ਦੀ ਲਾਈਵ ਸਟ੍ਰੀਮਿੰਗ ਵੀਡੀਓ ਰਿਕਾਰਡਿੰਗ ਪਬਲਿਕ ਇੰਟਰਸਟ ਦੇ ਵਿੱਚ ਹੋ ਸਕਦੀ ਹੈ ਉਹ ਕੇਸਿਸ ਦੇ ਵਿੱਚ। So that's all for today. Thank you and good luck.